खुशियां संग ते मन विच होइयां खुशियां। संग ते मन विच होइयां खुशियां, संग ते मन विच होइयां खुशियां। जदों सुनिया गुरां दा आउणा मन विच होइयां खुशियां, जदों सुनिया गुरां दा आउणा गुरां दा मन विच होइयां खुशियां। मन चाओ पिया, मन चाओ पिया प्रभ आगम सुनिया। हर मंगल गाओ सखी गृह मंदिर बनिया। हर गाओ मंगल नित सखिए, सोग दुख ना व्यापे। गुर चरण लागे दिन सुभागे, अपना पिर जापे। अनहत बाणी गुर शब्द जानी, हर नाम हर रस भोगो। कह नानक प्रभु आप मिलिया, कारण कारण जोगो। प्रकाश तारिया जी पटना शहर बिखे, प्रकाश तारिया जी पटना शहर बिखे। प्रकाश तारिया जी पटना शहर बिखे, प्रकाश तारिया जी पटना शहर बिखे। दस में गुरां ने, दस में गुरां ने, दस में गुरां ने, दस में गुरां ने। प्रकाश तारिया जी पटना शहर बिखे, प्रकाश तारिया जी पटना शहर बिखे। पटना शहर बिखे पावले ओ वाहिगुरु।
ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਜਿਉ ਬੁਲਾਵਹਿ ਤਿਉ ਬੋਲਾ ਸੁਆਮੀ ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਮੈਂ ਹੂੰ ਪਰਮ ਪੁਰਖ ਕੋ ਦਾਸਾ ਮੈਂ ਹੂੰ ਪਰਮ ਪੁਰਖ ਕੋ ਦਾਸਾ। ਦੇਖਨ ਆਇਓ ਜਗਤ ਤਮਾਸ਼ਾ ਤਹੀਂ ਪ੍ਰਕਾਸ਼ ਹਮਾਰਾ ਭਇਓ। तहीं प्रकाश हमारा भयो। पटना शहर विखे भव लयो। हेमकुंट दा वासी चल के बिच पटने दे आ गया। हेमकुंट दा वासी चल के बिच पटने दे आ गया। वासी चल के बिच पटने दे आ गया। हेमकुंट दा वासी चल के बिच पटने दे आ गया। हाँ जी हेमकुंट दा अपनी कथा बखानो। तप साधक जय बिद मोहयानो। हेमकुंट पर्वत है जहाँ सप्त सरिंग सोवत है तहाँ। माता गुजरी नू मिलन बधाइयां। पटने च चन चढ़िया। माता गुजरी नू मिलन बधाइयां। पटने च चन चढ़िया।
ਬਹਾਦਰ ਜੀ, ਧੰਨ ਗੁਰੂ ਤੇਗ ਬਹਾਦਰ ਜੀ, ਧੰਨ ਗੁਰੂ ਤੇਗ ਬਹਾਦਰ ਜੀ, ਧੰਨ ਗੁਰੂ ਤੇਗ ਬਹਾਦਰ ਜੀ। ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਮਾਤਾ ਗੁਜਰੀ ਨੂੰ ਮਿਲਣ ਵਧਾਈਆਂ, ਪਟਨੇ 'ਚ ਚੰਨ ਚੜ੍ਹਿਆ। ਮਾਤਾ ਗੁਜਰੀ ਨੂੰ ਮਿਲਣ ਵਧਾਈਆਂ, ਪਟਨੇ 'ਚ ਚੰਨ ਚੜ੍ਹਿਆ। दसों ही पातशाहियों के जागदी जोत, सारे ही खंडां ब्रह्मंडां दे मालक, संसार दे सांझे रहबर, चवर छत्र तख्तां दे मालक, गुरता गद्दी ते बिराजमान, जुगो जुग अटल। धन 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 साहिब श्री गुरु ग्रंथ साहिब महाराज जी दे महान पवित्र चरण कमलों विच सीस झुका के दोवें हथ जोड़ के सारी ही संगत प्यार नाल आखो जी, वाहिगुरू जी का खालसा, वाहिगुरू जी की फतेह। ਭਾਗਾਂ ਵਾਲਾ ਨਗਰ ਸ਼ੇਰਪੁਰ ਖੁਰਦ ਦੀਆਂ ਸਮੂਹ ਸਿੱਖ ਸੰਗਤਾਂ ਸ਼੍ਰੀ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ, ਗੁਰੂ ਘਰ ਦੇ ਵਜ਼ੀਰ ਬਾਬਾ ਜੀ, ਸਾਰੀਆਂ ਸੰਗਤਾਂ ਨੂੰ ਦਾਸਾਂ ਵੱਲੋਂ ਅੰਮ੍ਰਿਤ ਕੇ ਦਾਤੇ, ਪੰਥ ਦੇ ਵਾਲੀ, ਮਿਹਰਾਂ ਦੇ ਸਾਈਂ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਬੇਅੰਤ ਵਧਾਈਆਂ ਹੋਣ। ਆਪ ਸਿੱਖ ਸੰਗਤਾਂ ਦੇ ਬੜੇ ਉੱਤਮ ਕਰਮ ਹਨ ਜੋ ਘਰਾਂ ਤੋਂ ਚੱਲ ਕੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਪਹੁੰਚੇ ਹੋ।
ਇਸ ਦਰਬਾਰ ਦੇ ਵਿੱਚੋਂ ਆਪਾਂ ਕੁਝ ਸੁਣਨ ਵਾਸਤੇ ਆਏ ਹਾਂ। ਓਨਾ ਚਿਰ ਸੁਣਿਆ ਨਹੀਂ ਜਾਣਾ ਜਿੰਨਾ ਚਿਰ ਰੌਲਾ ਪਵੇਗਾ। ਸਤ ਸੰਗਤ ਦੇ ਵਿੱਚ ਆ ਕੇ ਰੌਲਾ ਪਾਉਣਾ ਇਹ ਵੀ ਮਾੜੇ ਕਰਮਾਂ ਦੀ ਨਿਸ਼ਾਨੀ ਹੈ। ਸਾਧ ਸੰਗਤ ਕਿਸੇ ਖੇਤ ਦੇ ਵਿੱਚ ਕਣਕ ਮੱਕੀ ਕੋਈ ਫਸਲ ਬੀਜਣੀ ਹੋਵੇ ਤਾਂ ਉਹ ਖੇਤ ਨੂੰ ਸੋਧਣਾ ਪੈਂਦਾ ਹੈ। ਫਿਰ ਉਹਦੇ ਵਿੱਚ ਬੀਜ ਪਾਇਆ ਜਾਂਦਾ ਹੈ। ਇਸੇ ਤਰ੍ਹਾਂ ਜੇ ਅਸੀਂ ਦੀਵਾਨ ਸਤ ਸੰਗਤ ਗੁਰੂ ਘਰ ਵਿੱਚ ਜਾਣਾ ਹੈ, ਸਾਨੂੰ ਆਪਣੀਆਂ ਸੰਸਾਰੀ ਗੱਲਾਂ ਛੱਡ ਕੇ ਗੁਰਦਰਬਾਰ ਵਿੱਚ ਬੈਠਣਾ ਪੈਣਾ। ਰੌਲੇ ਤੋਂ ਸੰਕੋਚ ਕਰਨਾ ਪੈਣਾ। ਫਿਰ ਧਿਆਨ ਦੇ ਕੇ ਜੋ ਕੁਛ ਵੀ ਸੁਣਾਇਆ ਜਾਂਦਾ ਹੈ ਉਸ ਨੂੰ ਸੁਣਨਾ ਪੈਣਾ ਹੈ। ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪੋ ਆਪਣੇ ਅਸਥਾਨਾਂ 'ਤੇ ਪਿਆਰ ਸਹਿਤ ਬੈਠਣਾ ਕਰੋ। ਸਤਨਾਮ 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 ਜੀ। ਵਾਹਿਗੁਰੂ 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 ਜੀ ਜਪੋ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ 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 ਜੀ।
ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ, ਆਪ ਸੰਗਤਾਂ ਨੇ ਧੰਨ ਬਾਬਾ ਵੀਰ ਸਿੰਘ, ਧੰਨ ਬਾਬਾ ਧੀਰ ਸਿੰਘ ਜੀ ਦਾ ਇਤਿਹਾਸ ਸਰਵਣ ਕੀਤਾ ਗੁਰਮੁਖਾਂ ਪਾਸੋਂ। ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਜੋ ਬਖਸ਼ਿਸ਼ ਕੀਤੀ ਹੁਕਮਨਾਮੇ ਸਾਹਿਬ ਦੀ, ਅੱਜ ਭਾਗਾਂ ਵਾਲਾ ਦਿਨ ਹੈ ਤੁਹਾਡੇ ਸਾਰੇ ਨਗਰ ਵਾਸਤੇ, ਜੋ ਕਿ ਕਲਗੀਧਰ ਦਸ਼ਮੇਸ਼ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਔਰ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਹਸਤ ਕਮਲਾਂ ਦੇ ਨਾਲ ਲਿਖਿਆ ਹੋਇਆ ਹੁਕਮਨਾਮਾ ਸਾਹਿਬ ਦਰਬਾਰ ਦੇ ਵਿੱਚ ਸੁਸ਼ੋਭਿਤ ਹੈ। ਆਪ ਸੰਗਤਾਂ ਨੇ ਸਤਿਕਾਰ ਕੀਤਾ ਹੈ, ਦਰਸ਼ਨ ਕਰ ਰਹੇ ਹੋ, ਭਾਗਾਂ ਵਾਲੇ ਹੋ। ਪਹਿਲਾਂ ਦਾਸ ਧਾਰਨਾ ਪੜ੍ਹਦਾ, ਫਿਰ ਸਾਰੇ ਭਾਈ। ਦੂਸਰੇ ਹਿੱਸੇ ਦੇ ਵਿੱਚ ਭਾਈ ਜਥਾ ਬੋਲਦਾ, ਤੀਸਰੇ ਹਿੱਸੇ ਵਿੱਚ ਭੈਣਾਂ ਬੀਬੀਆਂ ਧਾਰਨਾ ਵਿੱਚ ਬੋਲ ਕੇ ਹਾਜ਼ਰੀ ਲਵਾਇਆ ਕਰੋ। ਜਿੰਨੀ ਸ਼ਾਂਤੀ ਬਣਾ ਕੇ ਬੈਠੋਗੇ, ਰੌਲੇ ਤੋਂ ਸੰਕੋਚ ਰੱਖੋਗੇ, ਓਨਾ ਆਨੰਦ ਪ੍ਰਾਪਤ ਹੋਏਗਾ। ਸਤਿਗੁਰੂ ਜੀ ਨਿੰਦਿਆ ਚੁਗਲੀ ਦਾ ਪਰਹੇਜ਼ ਦੱਸਦੇ ਨੇ, ਸ਼ਬਦ ਉੱਚ ਬੋਲਣ ਦਾ ਕੋਈ ਪਰਹੇਜ਼ ਨਹੀਂ ਹੈ। ਸਾਧ ਸੰਗਤ ਜਿਹੜੇ ਸ਼ਬਦ ਵਿੱਚ ਬੋਲਦੇ ਨੇ, ਉਹਨਾਂ ਦੀ ਜੇਵਾ ਸਫਲੀ ਹੁੰਦੀ ਹੈ। ਜਿਹੜੇ ਚੁੱਪ ਧਾਰ ਕੇ ਧਿਆਨ ਦੇ ਨਾਲ ਸ਼ਬਦ ਕੀਰਤਨ ਵਿਚਾਰ ਗੁਰਬਾਣੀ ਸੁਣਦੇ ਆ, ਉਹਨਾਂ ਦੇ ਕੰਨ ਸਫਲ ਹੋ ਜਾਂਦੇ ਨੇ। ਇਸ ਕਰਕੇ ਗੁਸਾਈ ਤੁਲਸੀਦਾਸ ਜੀ ਇੱਕ ਵਚਨ ਲਿਖਦੇ ਨੇ, ਤੁਲਸੀ ਪੂਰਬ ਕਰਮ ਬਿਨ ਹਰ ਜਸ ਸੁਣਿਆ ਨਾ ਜਾਏ। ਗੁਸਾਈ ਤੁਲਸੀਦਾਸ ਜੀ ਕਹਿੰਦੇ, ਪਿਛਲੇ ਵੱਡੇ ਪੁੰਨਾਂ ਤੋਂ ਬਿਨਾਂ ਪਰਮੇਸ਼ਰ ਦਾ ਜਸ ਨਹੀਂ ਸੁਣ ਸਕਦਾ। ਗੁਰੂ ਦਾ ਜਸ, ਪਰਮੇਸ਼ਰ ਦਾ ਜਸ ਉਹ ਸੁਣੇਗਾ ਜਿਹਦੇ ਪੁੰਨ ਵੱਡੇ ਹੋਣ। ਤੇ ਕਹਿੰਦੇ ਮਾੜੇ ਕਰਮਾਂ ਵਾਲੇ ਦੀ ਇਹ ਨਿਸ਼ਾਨੀ ਹੈ, ਜਿਹਦੇ ਅੱਤ ਦੇ ਹੋਣ ਭਾਗ ਮਾੜੇ, ਉਹ ਸੰਗਤ 'ਚ ਕਦੇ ਨਹੀਂ ਆ ਸਕਦਾ। ਜਿਹਦੇ ਮਾੜੇ ਭਾਗ ਹੋਣ ਨਾ, ਉਹ ਗੁਰੂ ਦੀ ਸਤ ਸੰਗਤ ਵਿੱਚ, ਗੁਰੂ ਦੇ ਦਰਬਾਰ ਵਿੱਚ ਆ ਨਹੀਂ ਸਕਦਾ। ਕਹਿੰਦੇ ਜੇ ਕੋਈ ਉਹਨੂੰ ਵਡਿਆ ਕੇ ਲੈ ਵੀ ਆਵੇ, ਚੱਲ ਹੋਰ ਨਹੀਂ ਕੁਛ, ਲੰਗਰ ਹੀ ਛਕ ਲਈ, ਨਾ ਬਾਣੀ ਕਥਾ ਕੀਰਤਨ ਸੁਣੀ। ਜੇ ਉਹ ਆ ਵੀ ਜਾਵੇ, ਕਹਿੰਦੇ ਮਾੜੇ ਕਰਮਾਂ ਵਾਲਾ ਬੰਦਾ, ਜੇ ਭੁੱਲ ਭੁਲੇਖੇ ਆ ਜਾਵੇ ਤਾਂ ਟਿਕ ਕੇ ਕਦੇ ਨਹੀਂ ਬਹਿ ਸਕਦਾ। ਜਾਂ ਤਾਂ ਸਤ ਸੰਗਤ ਵਿੱਚ ਗੱਲਾਂ ਕਰੂਗਾ ਮਾੜੇ ਕਰਮਾਂ ਵਾਲਾ ਬੰਦਾ। ਗੁਸਾਈ ਤੁਲਸੀਦਾਸ ਜੀ ਲਿਖਦੇ ਨੇ, ਕੈ ਊਂਘੈ ਕੈ ਲਰ ਮਰੈ, ਕੈ ਘਰ ਕੋ ਉੱਠ ਜਾਏ। ਕਹਿੰਦੇ ਪੂਰਬਲੇ ਪਿਛਲੇ ਚੰਗੇ ਪੁੰਨਾਂ ਕਰਮਾਂ ਬਿਨਾਂ ਸਤਸੰਗ ਨਹੀਂ ਸੁਣਿਆ ਜਾਂਦਾ। ਜੇ ਸੰਗਤ ਵਿੱਚ ਆਜੂ ਜਾਂ ਬੈਠੇ ਨੂੰ ਨੀਂਦ ਆਉਣ ਲੱਗ ਜੂਗੀ। ਕਿਆ ਊਂਘੈ, ਊਂਘਣ ਦਾ ਮਤਲਬ ਨੀਂਦ ਆਉਣੀ। ਕਿਆ ਊਂਘੈ ਕਿਆ ਲਰ ਮਰੈ, ਜਾਂ ਬੈਠਾ ਬੈਠਾ ਕਿਸੇ ਨਾਲ ਲੜਾਈ ਪਾ ਲੂਗਾ। ਗੱਜ ਕੇ ਆਖੋ ਸਤਿਨਾਮ। ਕਿਆ ਘਰ ਕੋ ਉੱਠ ਜਾਏ,
ਜਾਂ ਫਿਰ ਦੁਖੀ ਜਿਹਾ ਹੋ ਕੇ ਸੰਗਤ ਵਿੱਚੋਂ ਉੱਠ ਕੇ ਘਰ ਨੂੰ ਚਲਿਆ ਜਾਊ, ਇਹ ਮਾੜੇ ਭਾਗਾਂ ਦੀ ਨਿਸ਼ਾਨੀ ਹੈ। ਤੇ ਸਾਧ ਸੰਗਤ ਸਤਿਗੁਰ ਦੇ ਦਰਬਾਰ ਵਿੱਚ ਕੌਣ ਪ੍ਰਵਾਨ ਨੇ? ਜਿਹੜੇ ਸ਼ਰਧਾ ਭਾਵਨਾ ਤੇ ਗੁਰੂ ਦੇ ਡਰ ਭੈ ਦੇ ਨਾਲ ਬਹਿੰਦੇ ਆ ਗੁਰ ਦਰਬਾਰ ਦੇ ਵਿੱਚ। ਤੁਹਾਡੇ ਘਰਾਂ ਵਿੱਚ ਕੋਈ ਬਜ਼ੁਰਗ ਗੱਲਬਾਤ ਕਰ ਰਿਹਾ ਹੋਵੇ, ਦੂਸਰਿਆਂ ਦੀ ਜ਼ਰੂਰਤ ਨਹੀਂ ਪੈਂਦੀ। ਇਸ ਦਰਬਾਰ ਵਿੱਚ ਚਵਰ ਛਤਰ ਤਖਤਾਂ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਿਰਾਜਮਾਨ ਨੇ, ਸੁਭਾਏਮਾਨ ਨੇ, ਦਰਸ਼ਨ ਬਖਸ਼ ਰਹੇ ਨੇ। ਸਤਿਗੁਰਾਂ ਦੇ ਹੁਕਮਨਾਮਾ ਸਾਹਿਬ ਵੇਲੇ ਜਾਂ ਕਥਾ ਕੀਰਤਨ ਵੇਲੇ ਗੱਲਾਂ ਕਰਨੀਆਂ ਇਹ ਬਹੁਤ ਹੀ ਪਾਪ ਵਾਲੀ ਗੱਲ ਹੈ, ਕਿਉਂਕਿ ਗੁਰੂ ਜੀ ਤਾਂ ਆਪਾਂ ਨੂੰ ਹੁਕਮ ਸੁਣਾ ਰਹੇ ਹੁੰਦੇ, ਆਪਾਂ ਗੱਲਾਂ ਕਰੀ ਜਾਂਦੇ ਆ। ਬੱਚਿਆਂ ਨੂੰ ਤਾਂ ਵਿਚਾਰਿਆਂ ਨੂੰ ਪਤਾ ਨਹੀਂ ਹੁੰਦਾ ਇੱਥੇ ਰੌਲਾ ਪਾਉਣਾ ਕਿ ਨਹੀਂ, ਸਿਆਣੇ ਵੀ ਰੌਲਾ ਪਾਉਣ ਲੱਗ ਜਾਂਦੇ ਨੇ। ਉਹ ਵੀ ਫਿਰ ਗੁਰੂ ਨੂੰ ਭਾਉਂਦੇ ਨਹੀਂ ਹੈ, ਉਹ ਕੋਈ ਖੱਟੀ ਨਹੀਂ ਖੱਟ ਸਕਦੇ, ਖਾਲੀ ਹੀ ਰਹਿ ਜਾਂਦੇ ਨੇ। ਇਸ ਕਰਕੇ ਪਹਿਲੀ ਗੱਲ, ਰੌਲੇ ਤੋਂ ਸੰਕੋਚ ਕਰੋ। ਅੱਜ ਤੀਸਰੇ ਦਿਨ ਦੇ ਦੀਵਾਨ ਦਾ ਆਨੰਦ ਮਾਣ ਰਹੇ ਹੋ। ਆ ਜਿਹੜੇ ਬੱਚੇ ਚੀਂਕ ਚੰਗਿਆੜਾ ਪਾਉਂਦੇ ਆ, ਰੌਲਾ ਪਾਉਂਦੇ, ਇਹਨਾਂ ਨੂੰ ਗੁਰਦਰਬਾਰ 'ਚੋਂ ਬਾਹਰ ਲਿਜਾ ਕੇ ਚੁੱਪ ਕਰਾਓ। ਇਹ ਮਾਂ ਪਿਓ ਦਾ ਫਰਜ਼ ਹੈ, ਕਿਉਂਕਿ ਬੱਚੇ ਨੂੰ ਕੋਈ ਪਤਾ ਨਹੀਂ ਇੱਥੇ ਰੌਲਾ ਪਾਉਣਾ ਕਿ ਨਹੀਂ ਪਾਉਣਾ। ਆਪਾਂ ਨੂੰ ਤਾਂ ਪਤਾ ਨਾ, ਸਿਆਣਿਆਂ ਨੂੰ। ਜਦ ਰੌਲਾ ਪਾਉਂਦੇ ਆ ਤਾਂ ਧਿਆਨ ਹਿਲਦਾ, ਜਿਹੜਾ ਧਿਆਨ ਹਿਲਦਾ ਉਹ ਤੁਹਾਡੇ 'ਤੇ ਦੋਸ਼ ਬਣਦਾ। ਗੱਜ ਕੇ ਆਖੋ ਸਤਿਨਾਮ। ਇਸ ਕਰਕੇ ਆਓ ਪਹਿਲਾਂ ਰਸਨਾ ਪਵਿੱਤਰ ਕਰੋ, ਸਾਰੇ ਜਾਣੇ ਧਾਰਨਾ ਪੜੋ। ਜਸ ਕਰੋ ਵਾਹਿਗੁਰੂ ਦਾ ਪਿਆਰਿਓ, ਚਿੱਤ ਨੂੰ ਇਕਾਗਰ ਕਰਕੇ। ਕਰੋ ਵਾਹਿਗੁਰੂ ਦਾ ਪਿਆਰਿਓ, ਚਿੱਤ ਨੂੰ ਇਕਾਗਰ ਕਰਕੇ। ਜਸ ਕਰੋ ਵਾਹਿਗੁਰੂ ਦਾ ਪਿਆਰਿਓ, ਚਿੱਤ ਨੂੰ ਇਕਾਗਰ ਕਰਕੇ। ਜਸ ਕਰੋ ਵਾਹਿਗੁਰੂ ਦਾ ਪਿਆਰਿਓ, ਚਿੱਤ ਨੂੰ ਇਕਾਗਰ ਕਰਕੇ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਇਹ ਸਤਿਗੁਰਾਂ ਦੀ ਗੁਰਬਾਣੀ ਦਾ ਹੁਕਮ ਹੈ ਆਪਣੇ ਵਾਸਤੇ। ਰਹੋ ਵਿਚਾਰ। ਕੱਲ੍ਹ ਰਾਤ ਦੇ ਦੀਵਾਨ ਵਿੱਚ ਸਰਵਣ ਕਰ ਰਹੇ ਸੀ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਿਛਲੇ ਜਨਮ ਦੀ ਕਥਾ। ਮਹਾਰਾਜ ਜੀ ਨੇ ਦੱਸਿਆ ਨਾ, ਹੁਣ ਮੈਂ ਤੁਹਾਨੂੰ ਆਪਣੀ ਕਥਾ ਸੁਣਾਉਂਦਾ। ਹੇਮਕੁੰਟ ਸਾਹਿਬ ਦੀ ਧਰਤੀ 'ਤੇ ਅਸੀਂ ਤਪ ਕੀਤਾ, ਬਹੁਤ ਭਗਤੀ ਕੀਤੀ। ਇੰਨੀ ਕੁ ਭਗਤੀ ਕੀਤੀ, ਵਾਹਿਗੁਰੂ ਚਰਨਾਂ ਦੇ ਵਿੱਚ ਇੰਨੀ ਸੁਰਤ ਚੁੱਭ ਗਈ, ਲੱਗ ਗਈ, ਲੀਨ ਹੋ ਗਈ। ਸਾਡਾ ਆਉਣ ਨੂੰ ਸੰਸਾਰ ਵਿੱਚ ਚਿੱਤ ਨਹੀਂ ਸੀ ਮੰਨਦਾ। ਗੱਜ ਕੇ ਆਖੋ ਸਤਿਨਾਮ। ਚੁੰਮੀ ਰਹੀ ਸੁਰਤ ਪ੍ਰਭ ਚਰਨਨ ਮੈਂ, ਆਵਨ ਕੋ ਹਮਰੋ ਚਿਤ ਨਾ ਭਇਓ।
ਦੁਐਤ ਏਕ ਰੂਪ ਹੋਏ ਗਇਓ। ਤੇ ਸਾਧ ਸੰਗਤ ਇੱਕ ਪਾਸੇ ਧਰਤੀ ਮਾਤਾ ਦੀ ਪੁਕਾਰ ਸੀ, ਦੂਸਰੇ ਪਾਸੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ 26 ਸਾਲ 9 ਮਹੀਨੇ 13 ਦਿਨ ਬਕਾਲੇ ਨਗਰ ਵਿੱਚ ਰਹਿ ਕੇ ਤਪ ਕੀਤਾ, ਬੰਦਗੀ ਕੀਤੀ ਤੇ ਮਾਤਾ ਗੁਜਰ ਕੌਰ ਜੀਆਂ ਨੇ ਸੇਵਾ ਤੇ ਸਿਮਰਨ ਕੀਤਾ। 3 ਦਹਾਕੇ ਲੰਘ ਗਏ ਹਨ। ਦਾਨ ਪੁੰਨ ਵੀ ਕੀਤਾ ਹੈ। ਕਲਗੀਧਰ ਪਾਤਸ਼ਾਹ ਲਿਖਦੇ ਹਨ, ਕਹਿੰਦੇ ਫਿਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਦਰਸ਼ਨ ਦੀਦਾਰੇ ਬਖਸ਼ੇ। ਜਦੋਂ ਦਰਸ਼ਨ ਦੀਦਾਰੇ ਬਖਸ਼ੇ, ਅਕਾਲ ਪੁਰਖ ਜੀ ਨੇ ਸਾਡੀ ਇੱਕ ਡਿਊਟੀ ਲਾਈ। ਕਹਿਣ ਲੱਗੇ, ਦੁਸ਼ਟ ਦਮਨ ਜੀ ਤੁਹਾਨੂੰ ਸੰਸਾਰ 'ਤੇ ਜਾਣਾ ਪੈਣਾ। ਘੋਰ ਅਤਿਆਚਾਰ ਵੱਧ ਚੁੱਕੇ ਨੇ, ਜ਼ੁਲਮ ਹੋ ਰਹੇ ਨੇ, ਔਰ ਪੰਥ ਦੇ ਸਜਾਉਣ ਵਾਸਤੇ ਤੁਹਾਡੀ ਡਿਊਟੀ ਲਗਾ ਕੇ ਭੇਜ ਰਹੇ ਹਾਂ। ਗੁਰੂ ਸਾਹਿਬ ਮਹਾਰਾਜ ਜੀ 10ਵੇਂ ਗ੍ਰੰਥ ਵਿੱਚ ਲਿਖਦੇ ਨੇ, ਜੋ ਨਿਜ ਪ੍ਰਭ ਮੋ ਸੋ ਕਹਾ, ਸੋ ਕਹੇ ਹੋ ਜਗ ਮਾਹੇ। ਕਹਿੰਦੇ ਜੋ ਕੁਛ ਮੈਨੂੰ ਅਕਾਲ ਪੁਰਖ ਪ੍ਰਭੂ ਜੀ ਨੇ ਕਿਹਾ, ਉਹੀ ਮੈਂ ਜਗ ਦੇ ਵਿੱਚ ਆ ਕੇ ਕਿਹਾ। ਆਖੋ ਸਤਿਨਾਮ। ਆਮੋ ਸਾਹਮਣੇ ਸਾਡੇ ਕਹਿੰਦੇ ਅਕਾਲ ਪੁਰਖ ਜੀ ਨਾਲ ਵਚਨ ਹੋਏ। ਅਕਾਲ ਪੁਰਖ ਜੀ ਨੇ ਗਲਵਕੜੀ ਵਿੱਚ ਲੈ ਕੇ ਪਿਆਰ ਦਿੱਤਾ ਤੇ ਕਹਿਣ ਲੱਗੇ, ਦੁਸ਼ਟ ਦਮਨ ਤੁਹਾਨੂੰ ਸੰਸਾਰ 'ਤੇ ਜਾਣਾ ਪੈਣਾ, ਸੰਸਾਰ 'ਤੇ ਤੁਹਾਨੂੰ ਅਸੀਂ ਭੇਜ ਰਹੇ ਹਾਂ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ, ਮੇਰੀ ਚਰਨਾਂ ਦੇ ਵਿੱਚ, ਪਰਮੇਸ਼ਰ ਦੇ ਚਰਨਾਂ ਵਿੱਚ ਇੰਨੀ ਡੂੰਘੀ ਸੁਰਤ ਲੱਗੀ ਹੋਈ ਸੀ, ਚਿੱਤ ਨਹੀਂ ਸੀ ਮੰਨਦਾ ਸੰਸਾਰ 'ਤੇ ਆਉਣ ਨੂੰ। ਇਉਂ ਪੜ੍ਹੋ ਗੱਜ ਕੇ ਸਾਰੇ, ਉਹ ਚਿੱਤ ਆਉਣ ਨੂੰ ਕਰੇ ਨਾ ਮੇਰਾ, ਚਿੱਤ ਆਉਣ ਨੂੰ ਕਰੇ ਨਾ ਮੇਰਾ। ਐਸੀ ਮੇਰੀ ਸੁਰਤ ਲੱਗੀ ਖਾਲਸਾ, ਖਾਲਸਾ ਐਸੀ ਮੇਰੀ ਸੁਰਤ ਲੱਗੀ ਚਿੱਤ ਆਉਣ ਨੂੰ। ਚਿੱਤ ਆਉਣ ਨੂੰ ਕਰੇ ਨਾ ਮੇਰਾ, ਜਗ ਵਿੱਚ ਆਉਣ ਨੂੰ ਕਰੇ ਨਾ ਚਿੱਤ ਮੇਰਾ। ਆਉਣ ਨੂੰ ਕਰੇ ਨਾ ਮੇਰਾ, ਜਗ ਵਿੱਚ ਆਉਣ ਨੂੰ ਕਰੇ ਨਾ ਚਿੱਤ ਮੇਰਾ। ਕਰੇ ਨਾ ਮੇਰਾ, ਚਿੱਤ ਆਉਣ ਨੂੰ ਕਰੇ ਨਾ ਮੇਰਾ। ਐਸੀ ਮੇਰੀ ਸੁਰਤ ਜੁੜੀ ਖਾਲਸਾ, ਖਾਲਸਾ ਐਸੀ ਮੇਰੀ ਸੁਰਤ ਲੱਗੀ ਚਿੱਤ ਆਉਣ ਨੂੰ। ਕਹਿੰਦੇ ਅਕਾਲ ਪੁਰਖ ਜੀ ਨੇ ਫਿਰ ਵਚਨ ਕਿਹਾ, ਮੈਂ ਆਪਣਾ ਸੁੱਤ ਤੋਹੇ ਨਵਾਜਾ,
ਪੰਥ ਪਰਚਰ ਕਰਬੇ ਕੋ ਸਾਚਾ। ਐ ਦੁਸ਼ਟ ਦਮਨ ਜੀ, ਤੁਹਾਨੂੰ ਅਸੀਂ ਸੰਸਾਰ ਤੇ ਪ੍ਰਕਾਸ਼ ਦਵਾ ਰਹੇ ਹਾਂ, ਆਪਣਾ ਸਪੁੱਤਰ ਨਵਾਜ ਕੇ ਭੇਜਦੇ ਹਾਂ ਖਾਸ ਕਾਰਜ ਵਾਸਤੇ। ਪੰਥ ਪਰਚਰ ਕਰਬੇ ਕੋ ਸਾਜਾ। ਤੇ ਕਹਿੰਦੇ ਜਦ ਸਾਨੂੰ ਅਕਾਲ ਪੁਰਖ ਜੀ ਨੇ ਵਚਨ ਕਿਹਾ, ਫਿਰ ਅਸੀਂ ਬੇਨਤੀ ਕੀਤੀ, ਠਾਂਟ ਪਾਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ। ਕਹਿੰਦੇ ਦੋਵੇਂ ਹੱਥ ਜੋੜ ਕੇ ਸੀਸ ਝੁਕਾ ਕੇ ਅਸੀਂ ਫਿਰ ਅਕਾਲ ਪੁਰਖ ਜੀ ਨੂੰ ਬੇਨਤੀ ਕੀਤੀ, ਅਕਾਲ ਪੁਰਖ ਜੀ ਪੰਥ ਚੱਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਇ। ਜੇ ਤੁਸੀਂ ਮੇਰੀ ਸਹਾਇਤਾ ਕਰੋਗੇ ਤਾਂ ਪੰਥ ਚੱਲੇਗਾ। ਗੱਜ ਕੇ ਆਖੋ ਸਤਨਾਮ ਸ਼੍ਰੀ। ਤੇ ਕਹਿਣ ਲੱਗੇ ਤੁਹਾਡੇ ਮਾਤਾ ਪਿਤਾ ਜਿਨ੍ਹਾਂ ਦੀ ਸੈਂਕੜੇ ਜਨਮਾਂ ਦੀ ਭਗਤੀ ਹੈ, ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ, ਉਹਨਾਂ ਦੇ ਗ੍ਰਹਿ ਵਿਖੇ ਤੁਹਾਡਾ ਪ੍ਰਕਾਸ਼ ਦਿਵਾਵਾਂਗੇ। ਜਿਨ੍ਹਾਂ ਦੀ ਸੈਂਕੜੇ ਜਨਮਾਂ ਦੀ ਭਗਤੀ ਹੈ, ਮਾਤਾ ਗੁਜਰ ਕੌਰ ਜੀ, ਉਹ ਤੁਹਾਡੇ ਪੂਜਨੀਕ ਮਾਤਾ ਜੀ ਹੋਣਗੇ। ਤੇ ਪਟਨਾ ਸ਼ਹਿਰ ਦੀ ਧਰਤੀ ਤੇ ਤੁਹਾਨੂੰ ਪ੍ਰਕਾਸ਼ ਧਾਰਨ ਵਾਸਤੇ ਅਸੀਂ ਭੇਜਾਂਗੇ। ਸਤ ਬਚਨ ਆਖਿਆ। ਤੇ ਸਾਧ ਸੰਗਤ ਇਸ ਇਤਿਹਾਸ ਨੂੰ ਜਦੋਂ ਧਿਆਨ ਨਾਲ ਪੜ੍ਹੀਏ, ਸੁਣੀਏ, ਵਿਚਾਰੀਏ, ਪਤਾ ਲੱਗਦਾ ਸੰਸਾਰ ਵਿੱਚ ਬੜੇ ਅਵਤਾਰ, ਔਲੀਏ, ਪੀਰ, ਪੈਗੰਬਰ ਆਏ। ਕਿਸੇ ਨੇ ਵੀ ਆਪਣੇ ਪਿਛਲੇ ਜਨਮ ਦੀ ਸਾਖੀ ਨਹੀਂ ਲਿਖੀ। ਤੇ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਿਛਲੇ ਜਨਮਾਂ ਦੀ ਸਾਖੀ ਲਿਖ ਦਿੱਤੀ ਆਪਣੇ ਹੱਥੀਂ। ਬਚਿੱਤਰ ਨਾਟਕ ਨਾਮੇ ਉਹ ਗ੍ਰੰਥ ਹੈ, 10ਵੇਂ ਗ੍ਰੰਥ ਦੇ ਵਿੱਚੋਂ ਬਾਣੀ, ਉਹਦੇ ਵਿੱਚ ਇਤਿਹਾਸ ਦਰਜ ਹੈ। ਤੇ ਸਾਧ ਸੰਗਤ ਅੱਜ ਦਾ ਜਿਹੜਾ ਦਿਨ ਹੈ, ਪੋਹ ਸੁਦੀ 7ਵੀਂ 22 ਦਸੰਬਰ 1666 ਈਸਵੀ ਨੂੰ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਕਾਸ਼ ਧਾਰਨ ਕੀਤਾ ਪਟਨਾ ਸ਼ਹਿਰ ਦੀ ਧਰਤੀ ਤੇ ਜਦੋਂ ਪ੍ਰਕਾਸ਼ ਧਾਰਨ ਕੀਤਾ ਨਾ ਸਤਿਗੁਰਾਂ ਨੇ, ਮੰਦਰਾਂ ਦੇ ਵਿੱਚ ਆਪਣੇ ਆਪ ਹੀ ਟੱਲ ਖੜਕਣ ਲੱਗ ਪਏ। ਆਖੋ ਸਤਨਾਮ। ਦੇਵਤਿਆਂ ਨੇ ਫੁੱਲਾਂ ਦੀ ਵਰਖਾ ਕੀਤੀ, ਪਰੀਆਂ ਨੇ ਰਾਗ ਗਾਏ ਖੁਸ਼ੀ ਦੇ ਰਾਗ, ਰਤਨ ਪਰਵਾਰ ਪਰੀਆਂ ਸ਼ਬਦ ਗਾਵਣ। ਤੇ ਸਾਧ ਸੰਗਤ ਧੰਨ ਧੰਨ ਮਾਤਾ ਗੁਜਰੀ ਜੀ ਨੂੰ ਵੀ ਵਧਾਈਆਂ ਮਿਲ ਰਹੀਆਂ ਹਨ। ਧੰਨ ਜਨਨੀ ਜਿਨ ਜਾਇਆ, ਧੰਨ ਪਿਤਾ ਪ੍ਰਧਾਨ। ਤਦ ਕਰਕੇ ਹੀ ਆਪਾਂ ਧੰਨ ਧੰਨ ਮਾਤਾ ਗੁਜਰੀ ਜੀ ਦਾ ਨਾਮ ਲਿਆ ਹੈ। ਧੰਨ ਧੰਨ ਸਤਿਗੁਰੂ ਤੇਗ ਬਹਾਦਰ ਜੀ ਨੂੰ ਧੰਨ ਧੰਨ ਆਖਿਆ ਹੈ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਧੰਨ ਧੰਨ ਆਖਿਆ ਹੈ। ਪਟਨਾ ਸ਼ਹਿਰ ਦੀ ਧਰਤੀ ਨੂੰ ਵੀ ਧੰਨ ਆਖਿਆ, ਜਿੱਥੇ ਗੁਰੂ ਜੀ ਨੇ ਪ੍ਰਕਾਸ਼ ਧਾਰਨ ਕੀਤਾ। ਇੱਧਰ ਪਟਿਆਲੇ ਦੇ ਨਜ਼ਦੀਕ, ਜਿਵੇਂ ਆਪ ਜੀ ਨੇ ਰਾਤ ਸੁਣਿਆ ਸੀ, ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਾ ਕੇ ਤਪ ਕੀਤਾ ਔਰ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਪ੍ਰਤੱਖ ਰੂਪ ਵਿੱਚ ਰੱਜ ਰੱਜ ਕੇ ਦਰਸ਼ਨ ਕੀਤੇ। ਉੱਥੋਂ ਫਿਰ ਹੁਕਮ ਹੋਇਆ ਕਿ ਮਹਾਤਮਾ ਜੀ ਜਾਓ ਮਾਲਵੇ ਦੀ ਧਰਤੀ 'ਤੇ ਸਿੱਖੀ ਦਾ ਪ੍ਰਚਾਰ ਕਰਕੇ, ਪੰਜਾਂ ਪਿਆਰਿਆਂ ਰਾਹੀਂ ਅੰਮ੍ਰਿਤ ਛਕਾ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਵੋ, ਭਲਾ ਕਰੋ।
ਬ੍ਰਹਮ ਗਿਆਨੀ ਪਰ ਉਪਕਾਰ ਓ ਮਾਹਾ। ਬ੍ਰਹਮ ਗਿਆਨੀ ਸਦਾ ਹੀ ਪਰ ਉਪਕਾਰ ਕਰਦੇ ਨੇ। ਤਦ ਫਿਰ ਆ ਜਿਹੜੇ ਅਸੀਂ ਹੁਣ ਕੀਰਤਨ ਸੁਣਦੇ ਹਾਂ ਆਪਾਂ, ਸਾਧ ਸੰਗਤ ਢੋਲਕੀ, ਮਰਦੰਗ, ਚਮਟੇ, ਵਾਜੇ, ਹਾਰਮੋਨੀਅਮ ਦੇ ਨਾਲ, ਇਹ ਸੰਤ ਅਤਰ ਸਿੰਘ ਮਹਾਰਾਜ ਜੀ ਨੂੰ ਬਖਸ਼ਾਂ ਮਿਲੀਆਂ ਮਲਵਈ ਕੀਰਤਨ ਦੀਆਂ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਸ਼ਬਦ ਕੀਰਤਨ ਕਰਦੇ। ਕਈ ਕੋਹ ਤੇ ਬਿਨਾਂ ਸਪੀਕਰ ਤੋਂ ਹੀ ਆਵਾਜ਼ ਉਹਨਾਂ ਦੀ ਜਾਂਦੀ ਸੀ। ਐਡਾ ਬਰਕਤ ਵਾਲੇ ਉਹਨਾਂ ਦਾ ਵਾਜਾ ਸੀ, ਆਖੋ ਸਤਿਨਾਮ। ਤੇ ਜਿਹੜਾ ਇੱਕ ਵਾਰੀ ਕੀਰਤਨ ਸੁਣ ਲੈਂਦਾ ਸੀ ਨਾ ਸੰਤ ਅਤਰ ਸਿੰਘ ਮਹਾਰਾਜ ਜੀ ਦਾ, ਬਸ ਫਿਰ ਉਹ ਕਿਸੇ ਰੱਬੀ ਰੰਗਣ ਵਿੱਚ ਰੰਗਿਆ ਜਾਂਦਾ ਸੀ। ਰੱਬੀ ਰੰਗਣ ਵਿੱਚ ਸਤਿਗੁਰੂ ਜੀ ਗੁਰਬਾਣੀ ਵਿੱਚ ਐਸਾ ਫਰਮਾਨ ਕਰਦੇ ਨੇ, ਇਹ ਰੰਗ ਕਿਹਨਾਂ ਨੂੰ ਲੱਗਦਾ ਹੈ? ਲਾਲ ਰੰਗ ਲੱਗਿਆ ਤੇਰੇ ਨਾਮ ਦਾ ਜੀ, ਲਾਲ ਰੰਗ ਲੱਗਿਆ ਤੇਰੇ ਨਾਮ ਦਾ ਜੀ। ਗੱਜ ਕੇ ਭਾਗਾਂ ਵਾਲਿਆਂ ਨੂੰ ਲਾਲ ਰੰਗ ਲੱਗਿਆ, ਲਾਲ ਰੰਗ ਲੱਗਿਆ। ਭਾਗਾਂ ਵਾਲਿਆਂ ਨੂੰ ਲਾਲ ਰੰਗ ਲੱਗਿਆ, ਲਾਲ ਰੰਗ ਲੱਗਿਆ। ਗੱਜ ਕੇ ਗੱਜ ਕੇ ਭਾਗਾਂ ਵਾਲਿਆਂ ਨੂੰ ਲਾਲ ਰੰਗ ਲੱਗਿਆ, ਲਾਲ ਰੰਗ ਲੱਗਿਆ। ਭਾਗਾਂ ਵਾਲਿਆਂ ਨੂੰ ਲਾਲ ਰੰਗ ਲੱਗਿਆ, ਲਾਲ ਰੰਗ ਲੱਗਿਆ। ਲਾਲ ਰੰਗ ਤਿਸ ਕੋ ਲਾਗਾ, ਨਿਸ਼ਾਨੀ ਦੱਸਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਲਾਲ ਰੰਗ ਤਿਸ ਕੋ ਲਾਗਾ, ਜਿਸ ਕੇ ਵੱਡ ਭਾਗਾ। ਕਹਿੰਦੇ ਜਿਹਦੇ ਵੱਡੇ ਭਾਗ ਹੁੰਦੇ ਉਹਨੂੰ ਨਾਮ ਦਾ ਰਸ, ਬਾਣੀ ਦਾ ਰਸ, ਨਾਮ ਦਾ ਲਾਲ ਰੰਗ ਲੱਗਦਾ। ਆਖੋ ਸਤਿਨਾਮ। ਅੱਗੇ ਹੋਰ ਸਤਿਗੁਰੂ ਜੀ ਬਚਨ ਕਰਦੇ ਨੇ, ਮੈਲਾ ਕਦੇ ਨਾ ਹੋਵਈ, ਨਹਿ ਲਾਗੈ ਦਾਗਾ। ਕਹਿੰਦੇ ਜਿਹਨੂੰ ਨਾਮ ਦਾ ਰੰਗ ਚੜ੍ਹ ਜਾਵੇ ਨਾ, ਉਹ ਮੈਲਾ ਨਹੀਂ ਹੁੰਦਾ ਅਤੇ ਕਦੇ ਉਹਨੂੰ ਦਾਗ ਨਹੀਂ ਲੱਗਦਾ। ਆਖੋ ਸਤਿਨਾਮ। ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਪਾਪੀਆਂ ਨੇ ਜਪਿਆ, ਨਾਮ ਨਹੀਂ ਮੈਲਾ ਹੋਇਆ। ਪਾਪੀ ਪਵਿੱਤਰ ਹੋ ਗਏ, ਉਹਨਾਂ ਦਾ ਹਿਰਦਾ ਸਾਫ਼ ਹੋ ਗਿਆ ਨਾਮ ਜਪ ਕੇ। ਔਗਣ ਹਾਰਿਆਂ ਨੇ ਜਪਿਆ ਪਰਮੇਸ਼ਰ ਦਾ ਨਾਮ। ਕਿਸੇ ਬਹੁਤੇ ਦੁਖੀ ਨੇ ਪਰਮੇਸ਼ਰ ਦਾ ਨਾਮ ਜਪਿਆ, ਉਹਨੂੰ ਸੁੱਖ ਮਿਲ ਗਿਆ, ਉਹਦੇ ਹਿਰਦੇ ਵਿੱਚ ਨਾਮ ਵਸ ਗਿਆ। ਅਤੇ ਸਤਿਗੁਰੂ ਜੀ ਗੁਰਬਾਣੀ ਵਿੱਚ ਸੋਝੀ ਬਖਸ਼ਦੇ ਨੇ, ਜਿਹੜਾ ਨਾਮ ਹੈ ਕਦੇ ਮੈਲਾ ਨਹੀਂ ਹੁੰਦਾ, ਅਤੇ ਜਿਹੜਾ ਸੱਚ ਹੈ, ਸੱਚ ਕਦੇ ਛੁਪਦਾ ਨਹੀਂ।
ਸੱਚ ਹੈ ਜਿਹੜਾ ਸਾਧ ਸੰਗਤ ਤੋਂ ਸੱਚ ਹੀ ਰਹਿੰਦਾ ਹੈ। ਤੇ ਸੰਤ ਅਤਰ ਸਿੰਘ ਮਹਾਰਾਜ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਪਾ ਕੇ ਨਾ ਵਸਤ ਬਖਸ਼ਿਸ਼ਾਂ ਆ ਮਾਲਵੇ ਦੀ ਧਰਤੀ ਨੂੰ ਨਾਮ ਤੇ ਬਾਣੀ ਦੀ ਰੰਗਣ ਚਾੜ ਦਿੱਤੀ। ਹੁੱਕਾ ਪੀਣ ਵਾਲਿਆਂ ਨੂੰ ਖੰਡੇ ਬਾਟੇ ਦੀ ਪਹੁਲ ਛਕਾ ਕੇ ਹੱਥਾਂ ਵਿੱਚ ਮਾਲਾ ਫੜਾ ਦਿੱਤੀਆਂ ਕਿ ਵਾਹਿਗੁਰੂ ਵਾਹਿਗੁਰੂ ਜਪੋ, ਆ ਨਸ਼ਾ ਵੱਡਾ ਹੈ, ਆਖੋ ਸਤਨਾਮ। ਸਾਰੇ ਨਸ਼ੇ ਜਹਾਨ ਦੇ ਉਤਰ ਜਾਣ ਪ੍ਰਭਾਤ। ਸ਼ਾਮ ਨੂੰ ਲੋਕ ਨਸ਼ੇ ਕਰਕੇ ਪੈਂਦੇ ਆ, ਕੋਈ ਭੰਗ ਪੀਂਦਾ, ਕੋਈ ਤੰਬਾਕੂ ਵਾਲੀਆਂ ਸਿਰਗਟਾਂ ਪੀਂਦਾ, ਕੋਈ ਸ਼ਰਾਬ ਨਾਲ ਰੱਜ ਕੇ ਪੈਂਦਾ, ਕੋਈ ਨਸ਼ਾ ਕਰਦਾ। ਤੇ ਕਹਿੰਦੇ ਸਾਰੇ ਜਿਹੜੇ ਨਸ਼ੇ ਨੇ ਨਾ, ਸਾਰੀ ਦੁਨੀਆ ਦੇ ਸਵੇਰ ਨੂੰ ਇਹਦਾ ਨਸ਼ਾ ਉਤਰ ਜਾਂਦਾ। ਸਾਰੇ ਨਸ਼ੇ ਜਹਾਨ ਦੇ ਉਤਰ ਜਾਣ ਪ੍ਰਭਾਤ। ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ। ਜਿਨ੍ਹਾਂ ਨੂੰ ਉਹ ਨਾਮ ਦੀ ਖੁਮਾਰੀ ਚੜ੍ਹ ਜਾਂਦੀ ਹੈ, ਉਹ ਨਹੀਂ ਉਤਰਦੀ। ਫਿਰ ਆਰਿਆਂ ਨਾਲ ਤਨ ਚਰਾ ਲਏ ਨੇ, ਬੰਦ ਕਟਵਾ ਲਏ ਨੇ ਬਾਬਾ ਮਨੀ ਸਿੰਘ ਜੀ ਜੈਸਿਆਂ ਨੇ। ਬਾਬਾ ਜੈ ਸਿੰਘ ਜੈਸੇ ਪੁਰਖਾਂ ਨੇ ਪੁੱਠੀ ਖੱਲ ਲਹਾ ਲਈ ਬਈ ਨਾਮ ਦੀ ਰੰਗਣ ਨਹੀਂ ਉਤਰੀ। ਖੰਡੇ ਬਾਟੇ ਦੀ ਪਹੁਲ ਛਕੀ ਦਾ ਜਿਹੜਾ ਸੀ ਰਸ ਰਗਾਂ ਵਿੱਚ ਰਮਿਆ ਪਿਆ ਸੀ। ਜਲਾਦਾਂ ਦੀਆਂ ਤਿੱਖੀਆਂ ਛੁਰੀਆਂ, ਤਿੱਖੀਆਂ ਰੰਬੀਆਂ ਵੀ ਬਾਬਾ ਜੈ ਸਿੰਘ ਜੀ ਦੇ ਉਹ ਰੱਬੀ ਆਨੰਦ ਰਸ ਵਿੱਚ ਵਿਘਨ ਨਾ ਪਾ ਸਕੀਆਂ। ਗੱਜ ਕੇ ਆਖੋ ਸਤਨਾਮ। ਤੇ ਸਾਧ ਸੰਗਤ ਇੱਧਰ ਪਟਿਆਲੇ ਦੇ ਨਜ਼ਦੀਕ ਘੁੜਾਮ ਪਿੰਡ ਹੈ, ਦਾਸ 2-3 ਵਾਰੀ ਦਰਸ਼ਨ ਕਰਕੇ ਆਇਆ। ਉੱਥੇ ਦੇ ਭੀਖਮ ਸ਼ਾਹ ਫਕੀਰ ਜਿਹੜੇ ਰੱਬ ਦੇ ਆਸ਼ਿਕ ਸੀ ਕਿ ਮੈਨੂੰ ਅੱਲਾਹ ਤਾਲਾ ਦੇ ਦਰਸ਼ਨ ਹੋ ਜਾਣ, ਨਿਵਾਜ਼ਾਂ ਪੜ੍ਹਦੇ ਨੇ, ਰੋਜ਼ੇ ਰੱਖਦੇ ਨੇ। ਬਚਪਨ ਤੋਂ ਹੀ ਲਗਨ ਲੱਗੀ ਹੈ ਕਿ ਪਰਮੇਸ਼ਰ ਨੂੰ ਮਿਲਣਾ। ਆਖੋ ਸਤਨਾਮ। ਪਰਮੇਸ਼ਰ ਦਾ ਦੀਦਾਰ ਪਾਉਣਾ। ਜਿਵੇਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ, ਬਹੁਤ ਜਨਮ ਵਿਛਰੇ ਥੇ ਮਾਧੋ। ਮਾਧੋ ਦਾ ਅਰਥ ਪਰਮੇਸ਼ਰ, ਵਾਹਿਗੁਰੂ, ਗੋਡ, ਅੱਲਾ, ਖੁਦਾ, ਰੱਬ। ਬਹੁਤ ਜਨਮ ਵਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਤੇ ਆਪਾਂ ਠੇਕਿਆਂ ਦੇ ਲੇਖੇ ਲਾਈ ਜਾਂਦੇ ਹਾਂ। ਆਖੋ ਸਤਨਾਮ। ਆਪਾਂ ਜਿਹੜਾ ਮਨੁੱਖਾ ਜਨਮ ਮਿਲਿਆ ਨਸ਼ਿਆਂ ਦੇ ਲੇਖੇ ਲਾਈ ਜਾਂਦੇ ਹਾਂ। ਗੁਰੂ ਸਾਹਿਬ ਤਾਂ ਕਹਿੰਦੇ ਗੁਰਬਾਣੀ ਵਿੱਚ, ਨਾਮ ਦੇ ਲੇਖੇ ਲਾ ਜਨਮ ਨੂੰ, ਬਾਣੀ ਦੇ ਲੇਖੇ ਲਾ ਜਨਮ ਨੂੰ, ਧਰਮ ਦੇ ਲੇਖੇ ਲਾ। ਜੇ ਕੁਛ ਖੱਟਣਾ, ਜੇ ਦੁਨੀਆ ਤੇ ਪੈੜਾਂ ਛੱਡ ਕੇ ਜਾਣੀਆਂ ਆਪਣੀਆਂ। ਤੇ ਸਾਧ ਸੰਗਤ ਭੀਖਮ ਸ਼ਾਹ ਫਕੀਰ, ਸਾਧ ਸੰਗਤ ਬਜ਼ੁਰਗ ਉਮਰ ਹੋ ਗਈ ਹੈ, ਬੜੇ ਉਹਦੇ ਚੇਲੇ ਬਣ ਗਏ ਕਿ ਪੀਰ ਦੀ ਬੜੀ ਭਗਤੀ ਹੈ, ਕਮਾਈ ਹੈ। ਜਿਉਂ-ਜਿਉਂ ਨਾਮ ਦੀ ਰੰਗਣ ਚੜ੍ਹਦੀ ਹੈ, ਪੀਰ ਭੀਖਮ ਸ਼ਾਹ ਫਕੀਰ ਦਾ ਵੈਰਾਗ ਵੱਧਦਾ ਜਾਂਦਾ ਹੈ। ਵੈਰਾਗ ਵੱਧਦਾ ਜਾਂਦਾ। ਜਿਵੇਂ ਕਿਸੇ ਨੂੰ ਡਾਢੀ ਭੁੱਖ ਲੱਗੀ ਹੋਵੇ, ਉਹ ਕਹਿੰਦਾ ਪ੍ਰਸ਼ਾਦਾ ਮਿਲ ਜੇ ਛੇਤੀ। ਕਿਸੇ ਨੂੰ ਡਾਢੀ ਪਿਆਸ ਲੱਗੀ ਹੋਵੇ, ਉਹ ਕਹਿੰਦਾ ਮੈਨੂੰ ਛੇਤੀ ਪਾਣੀ ਮਿਲ ਜਾਵੇ, ਪਾਣੀ ਪੀ ਲਵਾਂ ਤਾਂ ਪਿਆਸ ਬੁਝੂ। ਇਸੇ ਤਰ੍ਹਾਂ ਜਿਹੜੇ ਵੀ ਰੱਬ ਦੇ ਆਸ਼ਿਕ ਨੇ, ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨਾਂ ਦੇ ਬੈਰਾਗੀ ਬਣ ਗਏ, ਉਹਨਾਂ ਨੂੰ ਸਾਧ ਸੰਗਤ ਫਿਰ ਦਿਨ ਰਾਤ ਕੈਸੀ ਅਵਸਥਾ ਬਣ ਜਾਂਦੀ ਆ। ਮੋਹੇ ਰੈਣ ਨਾ ਬਿਹਾਵੈ, ਨੀਂਦ ਨਾ ਆਵੈ।
ਉਹ ਕਹਿੰਦੇ ਰਾਤ ਮੇਰੀ ਨਹੀਂ ਲੰਘਦੀ, ਨੀਂਦ ਆਉਂਦੀ ਨਹੀਂ ਅੱਖਾਂ 'ਚ, ਕਿਉਂਕਿ ਇੰਤਜ਼ਾਰੀ ਹੈ ਨਾ, ਇੰਤਜ਼ਾਰੀ ਹੈ, ਮਨ ਦੇ ਵਿੱਚ ਬੈਰਾਗ ਹੈ। ਹੇ ਪ੍ਰਭੂ, ਹੇ ਅਕਾਲ ਪੁਰਖ ਵਾਹਿਗੁਰੂ, ਮੇਰੇ ਪ੍ਰੀਤਮਾ ਕਦੋਂ ਹੋਣਗੇ ਦੀਦਾਰੇ, ਮੇਰੇ ਪ੍ਰੀਤਮਾ ਕਦੋਂ ਹੋਣਗੇ ਦੀਦਾਰੇ। ਕਦੋਂ ਹੋਣਗੇ ਦੀਦਾਰੇ। ਵਾਹ 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 ਵਾਹ। ਮੇਰੇ ਪ੍ਰੀਤਮਾ ਕਦੋਂ ਹੋਣਗੇ ਦੀਦਾਰੇ, ਮੇਰੇ ਪ੍ਰੀਤਮਾ ਕਦੋਂ ਹੋਣਗੇ ਦੀਦਾਰੇ। ਗੱਜ ਕੇ ਬੈਰਾਗ ਲੱਗਿਆ ਭੀਖਮ ਸ਼ਾਹ ਫਕੀਰ ਨੂੰ। ਸਰੀਰ ਵੀ ਕਮਜ਼ੋਰ ਹੋ ਗਿਆ, ਘੱਟ ਛਕਦੇ ਨੇ, ਘੱਟ ਸੌਂਦੇ ਨੇ, ਘੱਟ ਬੋਲਦੇ ਨੇ। ਹੁਣ ਆਪਣੀ ਅਵਸਥਾ ਕੀ ਹੈ? ਆਪਾਂ ਇੱਥੇ ਸਪੀਕਰ 'ਚ ਕੋਈ ਕੀਰਤਨੀ ਜਥਾ ਆਉਂਦਾ, ਕੋਈ ਮਹਾਤਮਾ ਆਉਂਦਾ, ਉਹਨੂੰ ਵਾਰ-ਵਾਰ ਕਹਿਣਾ ਪੈਂਦਾ ਕਿ ਸ਼ਬਦ ਵਿੱਚ ਬੋਲੋ। ਆਪਾਂ ਕਿਉਂ ਨਹੀਂ ਬੋਲਦੇ? ਆਪਾਂ ਨੂੰ ਭੁੱਖ ਨਹੀਂ ਸ਼ਬਦ ਵਿੱਚ ਬੋਲਣ ਦੀ। ਆਖੋ ਸਤਿਨਾਮ। ਆਪਣੇ ਮਨ 'ਚ ਜਦ ਬੈਰਾਗ ਹੀ ਨਹੀਂ, ਪਿਆਰ ਹੀ ਨਹੀਂ, ਜਿਹਦੇ ਨਾਲ ਪਿਆਰ ਹੁੰਦਾ ਉਹਦੇ ਨਾਲ ਤਾਂ ਦਿਲੋਂ ਗੱਲਾਂ ਕਰਦਾ ਇਨਸਾਨ, ਖੁੱਲ੍ਹ ਕੇ ਗੱਲ ਕਰਦਾ ਉਹਦੇ ਨਾਲ। ਅਤੇ ਜਦ ਸਾਡਾ ਗੁਰੂ ਨਾਲ ਪਿਆਰ ਪੈ ਜੂ, ਗੁਰਬਾਣੀ ਦੇ ਨਾਲ ਪਿਆਰ ਪੈ ਜੂ, ਫਿਰ ਗੱਜ ਵੱਜ ਕੇ ਗੁਰਬਾਣੀ ਪੜ੍ਹਾਂਗੇ, ਗੱਜ ਵੱਜ ਕੇ ਸ਼ਬਦ 'ਚ ਬੋਲਾਂਗੇ। ਪੀਰ ਭੀਖਮ ਸ਼ਾਹ ਫਕੀਰ ਭਗਤੀ ਕਰਦਾ, ਸਾਧ ਸੰਗਤ ਚਿਹਰੇ ਦਾ ਜਿਹੜਾ ਰੰਗ ਸੀ ਪੀਲਾ ਪੈ ਗਿਆ। ਰੱਬ ਦੇ ਆਸ਼ਿਕ ਦੀਆਂ 9 ਨਿਸ਼ਾਨੀਆਂ ਨੇ, ਪਰ ਰੱਬ ਦੇ ਆਸ਼ਿਕ ਵੱਲ ਨੂੰ ਉਹ ਜਾਊ ਜਿਹਨੂੰ ਲਗਨ ਹੋਊਗੀ, ਲਗਨ ਹੋਊ। ਅਤੇ ਸਾਧ ਸੰਗਤ ਜਿਹਨੂੰ ਲਗਨ ਹੀ ਨਹੀਂ, ਉਹ ਤਾਂ ਟਿਚਰਾਂ ਕਰਦਾ ਮਹਾਂਪੁਰਸ਼ਾਂ ਨੂੰ ਵੀ। ਸੰਤ ਦੁਖਾਏ ਜਾਤ ਹੈ, ਕਹਿੰਦਾ ਜੇ ਕੋਈ ਸੰਤਾਂ ਨੂੰ ਦਿਖਾਉਂਦਾ ਨਾ, ਭਗਤਾਂ ਨੂੰ, ਗੁਰਮੁਖਾਂ ਨੂੰ, ਫਿਰ ਇਹ ਚੀਜ਼ਾਂ ਰਹਿੰਦੀਆਂ ਨਹੀਂ, ਚਲੀਆਂ ਜਾਂਦੀਆਂ ਨੇ। ਸੰਤ ਦੁਖਾਏ ਜਾਤ ਹੈ, ਰਾਜ ਤੇਜ ਔਰ ਵੰਸ਼, ਕਹਿੰਦੇ ਉਹਦਾ ਰਾਜ ਵੀ ਨਹੀਂ ਰਹਿੰਦਾ ਅਤੇ ਉਹਦਾ ਤਪ ਤੇਜ ਵੀ ਨਹੀਂ ਰਹਿੰਦਾ, ਅਤੇ ਉਹਦੀ ਵੰਸ਼ ਵੀ ਖਤਮ ਹੋ ਜਾਂਦੀ ਹੈ। ਫਿਰ ਆਖੋ ਸਤਿਨਾਮ। ਤਿੰਨੇ ਤਾਲਾ ਲਾ ਗਏ। ਤਾਲੇ ਦਾ ਅਰਥ ਜਿੰਦਾ ਲਾਉਣਾ। ਤਿੰਨੇ ਤਾਲਾ ਲਾ ਗਏ, ਰਾਵਣ, ਕੈਰੋਂ, ਕੰਸ। ਕਹਿੰਦੇ ਰਾਵਣ ਵਰਗੇ ਅਤੇ ਕੈਰੋਂ ਵਰਗੇ, ਕੰਸ ਵਰਗੇ ਜਿੰਦਾ ਹੀ ਲਾ ਗਏ।
ਇਸ ਕਰਕੇ ਕਲਗੀਧਰ ਪਾਤਸ਼ਾਹ ਵੀ ਫਰਮਾਉਂਦੇ ਨੇ, ਸੰਤਨ ਦੁੱਖ ਪਾਏ ਤੇ ਦੁਖੀ। ਕਹਿੰਦੇ ਜੇ ਰੱਬ ਦੀ ਖੁਸ਼ੀ ਦੇਖਣੀ ਹੋਵੇ ਨਾ, ਰੱਬ ਦੀ ਖੁਸ਼ੀ ਲੈਣੀ ਹੋਵੇ, ਕਿਸੇ ਮਹਾਤਮਾ ਫਕੀਰ ਦੀ ਬੰਦਗੀ ਵਾਲੇ ਨੂੰ ਖੁਸ਼ ਕਰ ਲਓ ਸੇਵਾ ਕਰਕੇ, ਉਹਦੀ ਖੁਸ਼ੀ ਰੱਬ ਦੀ ਖੁਸ਼ੀ ਹੈ। ਤੇ ਕਹਿੰਦੇ ਜੇ ਰੱਬ ਦਾ ਕ੍ਰੋਧ ਦੇਖਣਾ ਹੋਵੇ, ਸੰਤਨ ਦੁੱਖ ਪਾਏ ਤੇ ਦੁਖੀ। ਬਸ ਕਹਿੰਦੇ ਜਿਹਨੇ ਸੰਤ ਦੇ ਨਾਲ ਪੰਜਾ ਪਾ ਲਿਆ, ਤੇ ਰੱਬ ਕਹਿੰਦਾ ਮੇਰੀ ਤਾਂ ਕੋਈ ਨਿੰਦਾ ਕਰ ਦੇਵੇ ਮੈਂ ਝੱਲ ਲੂੰ, ਮੈਂ ਆਪਣੇ ਸੰਤਾਂ ਨੂੰ ਦਿਖਾਉਣ ਵਾਲਿਆਂ ਦੀ ਜਿਹੜੀ ਗੱਲ ਹੈ ਉਹ ਨਹੀਂ ਝੱਲ ਸਕਦਾ। ਆਖੋ ਸਤਿਨਾਮ। ਕਿਉਂਕਿ ਪਰਮ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲੀ ਧਾਰਨਾ ਪੜ੍ਹਿਆ ਕਰਦੇ, ਉਹ ਜਿਵੇਂ ਮਾਵਾਂ ਨੂੰ ਨੇ ਪੁੱਤਰ ਪਿਆਰੇ, ਭਗਤ ਪਿਆਰੇ ਰੱਬ ਨੂੰ, ਜਿਵੇਂ ਮਾਵਾਂ ਨੂੰ ਨੇ ਪੁੱਤਰ ਪਿਆਰੇ, ਭਗਤ ਪਿਆਰੇ ਰੱਬ ਨੂੰ। ਜਿਵੇਂ ਮਾਵਾਂ ਨੂੰ ਨੇ ਪੁੱਤਰ, ਹਾਂਜੀ ਪੁੱਤਰ ਪਿਆਰੇ, ਭਗਤ ਪਿਆਰੇ ਰੱਬ ਨੂੰ, ਜਿਵੇਂ ਮਾਵਾਂ ਨੂੰ ਨੇ ਪੁੱਤਰ ਪਿਆਰੇ, ਭਗਤ ਪਿਆਰੇ ਰੱਬ ਨੂੰ। ਭੀਖਨ ਸ਼ਾਹ ਫਕੀਰ, 9 ਨਿਸ਼ਾਨੀਆਂ ਚਿਹਰੇ 'ਤੇ ਹੋ ਗਈਆਂ। ਘੱਟ ਖਾਣਾ, ਘੱਟ ਬੋਲਣਾ, ਘੱਟ ਸੌਣਾ, ਹਰ ਸਮੇਂ ਅੱਖਾਂ ਦੇ ਵਿੱਚ ਪ੍ਰੇਮ ਦਾ ਜਲ ਭਰਿਆ ਰਹਿਣਾ, ਮਨ ਬੈਰਾਗ ਦੇ ਵਿੱਚ ਰਹਿਣਾ। ਕਾਹਦੇ ਵਾਸਤੇ? ਹੇ ਅੱਲਾਹ ਤਾਲਾ ਵਾਹਿਗੁਰੂ, ਮੇਰੀ ਜਵਾਨੀ ਬੀਤ ਗਈ ਹੈ, ਬੁਢੇਪਾ ਆ ਗਿਆ, ਇਸ ਤੋਂ ਬਾਅਦ ਤਾਂ ਮੌਤ ਦਿਸਦੀ ਹੈ, ਸਰੀਰ ਵੀ ਕਮਜ਼ੋਰ ਹੋ ਚੁੱਕਾ, ਭਜਨ ਬੰਦਗੀ ਕਰਦੇ ਦਾ ਪਰ ਅਜੇ ਦਰਸ਼ਨ ਨਹੀਂ ਹੋਏ। ਬੜੇ ਚੇਲੇ ਬਣੇ ਭੀਖਨ ਸ਼ਾਹ ਫਕੀਰ ਦੇ। ਅੱਜ ਭੀਖਨ ਸ਼ਾਹ ਫਕੀਰ ਸਾਧ ਸੰਗਤ ਜਿੱਥੇ ਛਿਪਦੀ ਦਿਸ਼ਾ ਵੱਲ ਨੂੰ ਮੂੰਹ ਕਰਕੇ ਨਵਾਜ਼ਾਂ ਪੜ੍ਹਦਾ ਸੀ, ਨਮਸਕਾਰਾਂ ਸਿਜਦੇ ਕਰਦਾ ਸੀ, ਅੱਜ ਪੋਹ ਸੁਦੀ 7ਵੀਂ ਦਾ ਦਿਨ ਚੜ੍ਹਿਆ, 1666 ਈਸਵੀ ਦਿਨ ਐਤਵਾਰ, ਗੱਜ ਕੇ ਆਖੋ ਸਤਿਨਾਮ। ਭੀਖਨ ਸ਼ਾਹ ਫਕੀਰ ਅੱਜ ਛਿਪਦੀ ਦਿਸ਼ਾ ਛੱਡ ਕੇ ਦਿਓ ਸਾਥ ਪਿਆਰ ਦੇ ਨਾਲ ਗੱਜ ਵੱਜ ਕੇ, ਛਿਪਦੀ ਦਿਸ਼ਾ ਛੱਡ ਕੇ ਭੀਖਨ ਸ਼ਾਹ ਫਕੀਰ ਭੀਖਮ ਸ਼ਾਹ ਅੱਜ ਪੜੇ ਨਿਵਾਜਾਂ, ਮੁਖ ਪਟਣੇ ਵੱਲ ਕਰਕੇ ਜੀ। ਭੀਖਮ ਸ਼ਾਹ ਅੱਜ ਪੜੇ ਨਿਵਾਜਾਂ, ਮੁਖ ਪਟਣੇ ਵੱਲ ਕਰਕੇ ਜੀ।
ਮੁਖ ਪਟਣੇ ਵਾਲੇ ਕਰਕੇ ਜੀ ਸ਼ਾਹ ਅੱਜ ਪੜੇ ਨਿਵਾਜਾਂ ਮੁਖ ਪਟਣੇ ਵਾਲੇ ਕਰਕੇ ਜੀ ਭੀਖਨ ਸ਼ਾਹ ਫਕੀਰ ਚੜ੍ਹਦੀ ਦਿਸ਼ਾ ਵੱਲ ਨੂੰ ਪਟਣੇ ਵੱਲ ਨੂੰ ਮੁੱਖ ਕਰਕੇ ਨਵਾਜ਼ਾਂ ਪੜ੍ਹਦਿਆਂ ਤੇ ਨਮਸਕਾਰਾਂ ਕਰ ਰਹੇ ਨੇ। ਆਖੋ ਸਤਿਨਾਮ। ਭੀਖਨ ਸ਼ਾਹ ਫਕੀਰ ਦੇ ਚੇਲੇ ਸੀ ਜਿਹੜੇ ਸੇਵਕ, ਉਹ ਸੋਚਦੇ ਨੇ ਪੀਰ ਜੀ ਨੂੰ ਟਪਲਾ ਲੱਗ ਗਿਆ ਦਿਮਾਗ ਨੂੰ, ਸਿਆਣੀ ਉਮਰ ਹੋ ਗਈ ਇਹਨਾਂ ਦੀ, ਸੌਂਦੇ ਨਹੀਂ, ਭਗਤੀ ਕਰੀ ਜਾਂਦੇ ਨੇ ਦਿਨ ਰਾਤ, ਦਿਮਾਗ 'ਚ ਗਰਮੀ ਖੁਸ਼ਕੀ ਵੱਧ ਗਈ, ਇਸ ਕਰਕੇ ਇਹਨਾਂ ਨੂੰ ਹੁਣ ਚੜ੍ਹਦੀ ਛਿਪਦੀ ਦਿਸ਼ਾ ਦਾ ਪਤਾ ਹੀ ਨਹੀਂ ਲੱਗਦਾ। ਖਿਮਾ ਕਰਿਓ, ਸਾਰੇ ਨਹੀਂ ਸਾਧੂਆਂ ਨਾਲ ਰਹਿਣ ਵਾਲੇ ਰਮਜਾਂ ਜਾਣਦੇ ਹੁੰਦੇ, ਕੋਈ ਇੱਕ ਦੋ ਹੀ ਨਿਕਲਦੇ ਨੇ। ਗੱਜ ਕੇ ਆਖੋ ਸਤਿਨਾਮ। ਸਾਰੇ ਨਹੀਂ ਬਚਨ ਕਮਾਉਣ ਵਾਲੇ ਹੁੰਦੇ, ਬਚਨ ਮਨਾਉਣ ਵਾਲੇ ਬਹੁਤੇ ਮਿਲਦੇ ਨੇ, ਮੰਨਣ ਵਾਲੇ ਤਾਂ ਕੋਈ ਬਿਰਲੇ ਬਿਰਲੇ ਟਾਵੇਂ ਟਾਵੇਂ ਮਿਲਦੇ ਆ, ਟਾਵੇਂ ਟਾਵੇਂ। ਸਾਡੇ ਬੱਚੇ ਸਕੂਲ ਵਿੱਚ ਪੜ੍ਹਨ ਜਾਂਦੇ ਆ, ਮਾਸਟਰ ਦਾ ਦੱਸਿਆ ਹੋਇਆ ਸਬਕ ਪਕਾਉਂਦੇ ਨੇ, ਮਾਸਟਰ ਨੂੰ ਤਾਂ ਨਹੀਂ ਸਬਕ ਪੜ੍ਹਾਉਂਦੇ, ਮਾਸਟਰ ਤੋਂ ਪੜ੍ਹਾਈ ਸਿੱਖਣ ਜਾਂਦੇ ਨੇ। ਰਹੋ ਵਿਚਾਰ, ਉਹ ਇੱਕ ਸਰੀਰ ਦੇ ਨਾਲ ਹੀ ਰਹਿੰਦੇ ਸੀ। ਭੀਖਮ ਸ਼ਾਹ ਦੀ ਅਵਸਥਾ ਨੂੰ ਨਹੀਂ ਸੀ ਜਾਣਦੇ, ਕਿਹੜੀ ਮੰਜ਼ਿਲ ਦੇ ਫਕੀਰ ਨੇ। ਜਾਣਨਾ ਤੇ ਪਛਾਨਣਾ, ਜਾਣਨਾ ਤੇ ਪਛਾਨਣਾ, ਉਹ ਬੜਾ ਕੁਝ ਲੈ ਜਾਂਦੇ ਨੇ ਖੱਟ ਕੇ। ਤੇ ਸਾਧ ਸੰਗਤ ਇੱਕ ਦੋ ਰਮਜ ਜਾਣਦੇ ਨੇ, ਉਹ ਕਹਿੰਦੇ ਨਹੀਂ ਐਸਾ ਨਹੀਂ ਹੈ, ਗਰਮੀ ਖੁਸ਼ਕੀ ਨਹੀਂ ਵਧੀ, ਟਪਲਾ ਨਹੀਂ ਲੱਗਿਆ, ਕੋਈ ਰਾਜ ਹੈ ਇਹਨਾਂ ਦੀ ਇਸ ਗੱਲ ਦੇ ਵਿੱਚ। ਬੇਨਤੀ ਕੀਤੀ, ਪੀਰ ਜੀ ਆ ਛਿਪਦੀ ਦਿਸ਼ਾ ਛੱਡ ਕੇ ਚੜ੍ਹਦੀ ਦਿਸ਼ਾ ਵੱਲ ਨੂੰ ਅੱਜ ਕਿਉਂ ਨਮਸਕਾਰਾਂ ਕਰੀ ਜਾਂਦੇ ਹੋ? ਇਹ 'ਚ ਕੀ ਰਾਜ ਹੈ, ਕੀ ਭੇਦ ਹੈ? ਆਹਾ ਹਾ ਹਾ। ਭੀਖਮ ਸ਼ਾਹ ਫਕੀਰ ਦੇ ਜਿੱਥੇ ਚਿਹਰਾ ਜਰਦ ਸੀ ਨਾ, ਪੀਲੇ ਰੰਗ 'ਚ ਪਿਆ ਹੋਇਆ, ਤੇ ਚਿਹਰੇ ਤੇ ਲਾਲੀਆਂ ਨੇ। ਆਖੋ ਸਤਿਨਾਮ। ਜਿਹੜੀਆਂ ਅੱਖਾਂ ਵਿੱਚ ਜਲ ਰਹਿੰਦਾ ਸੀ ਵੈਰਾਗ ਦਾ, ਉਹਨਾਂ ਅੱਖਾਂ ਦੇ ਵਿੱਚ ਚਮਕ ਆ ਗਈ, ਬੋਲਾਂ ਦੇ ਵਿੱਚ ਤਾਕਤ ਆ ਗਈ, ਰਸ ਆ ਗਿਆ। ਵਜਦ ਦੇ ਵਿੱਚ ਆ ਕੇ ਕਹਿੰਦਾ ਭੀਖਮ ਫਕੀਰ ਜਿਹੜਾ ਪੀਰ ਸੀ ਮੁਸਲਮਾਨਾਂ ਦਾ, ਕਹਿੰਦਾ ਉਹ ਚੇਲਿਓ, ਮਰੀਦੋ, ਸੇਵਕੋ, ਮੈਨੂੰ ਕੋਈ ਟਪਲਾ ਭੁਲੇਖਾ ਨਹੀਂ ਲੱਗਿਆ। ਜਿਹੜੇ ਅੱਲਾ ਤਾਲਾ ਦੀ ਯਾਦ ਦੇ ਵਿੱਚ ਮੈਂ ਰੋਜ਼ੇ ਰੱਖੇ, ਨਵਾਜ਼ਾਂ ਪੜ੍ਹੀਆਂ, ਅੱਜ ਉਹ ਪ੍ਰਗਟ ਹੋ ਗਿਆ ਮਾਤ ਲੋਕ ਵਿੱਚ। ਆਖੋ ਸਤਿਨਾਮ। ਮਾਤ ਲੋਕ ਵਿੱਚ ਪ੍ਰਗਟ ਹੋ ਗਿਆ। ਆ ਚੜ੍ਹਦੀ ਦਿਸ਼ਾ ਵੱਲ ਪਟਨੇ ਸ਼ਹਿਰ ਦੇ ਵਿੱਚ ਉਹਨੇ ਪ੍ਰਕਾਸ਼ ਧਾਰਨ ਕਰ ਲਿਆ ਹੈ। ਆਪਣੇ ਮਰੀਦਾਂ ਨੂੰ ਵਜਦ ਦੇ ਵਿੱਚ ਆ ਕੇ ਭੀਖਨ ਸ਼ਾਹ ਫਕੀਰ ਕਹਿ ਰਿਹਾ, ਐ ਮਰੀਦੋ, ਰੱਬ ਪਟਨੇ 'ਚ ਪ੍ਰਗਟ ਹੋ ਗਿਆ, ਰੱਬ ਪਟਨੇ 'ਚ ਪ੍ਰਗਟ ਹੋ ਗਿਆ।
ਰੱਬ ਪਟਨੇ ਚ ਪ੍ਰਗਟ ਹੋ ਗਿਆ। ਰੱਬ ਪਟਨੇ ਚ ਪ੍ਰਗਟ ਹੋ ਗਿਆ। ਮੇਰਾ ਅੱਲਾ ਮੇਰਾ ਖੁਦਾ ਕਹਿੰਦਾ ਪਟਨੇ ਸ਼ਹਿਰ 'ਚ ਪ੍ਰਗਟ ਹੋ ਗਿਆ। ਉਹਨੇ ਪ੍ਰਕਾਸ਼ ਧਾਰਨ ਕਰ ਲਿਆ ਸਰਗੁਣ ਸਰੂਪ ਦੇ ਸਰੂਪ ਦੇ ਅੰਦਰ। ਮੈਨੂੰ ਉਹਨਾਂ ਦਾ ਝਲਕਾਰਾ ਪੈ ਚੁੱਕਾ, ਮੇਰੀ ਆਤਮਾ ਤ੍ਰਿਪਤ ਹੋ ਗਈ। ਇੰਨੀ ਖੁਸ਼ੀ ਹੋਈ ਜਿਵੇਂ ਅੰਨੇ ਪੁਰਸ਼ ਨੂੰ ਨੇਤਰ ਮਿਲ ਜਾਣ। ਆਖੋ ਸਤਨਾਮ। ਇੰਨੀ ਖੁਸ਼ੀ ਹੋਈ ਜਿਵੇਂ ਬੋਲੇ ਪੁਰਸ਼ ਨੂੰ ਸੁਣਨ ਦੀ ਸ਼ਕਤੀ ਮਿਲ ਜਾਏ। ਤੇ ਹੁਣ ਭੀਖਣ ਸ਼ਾਹ ਫਕੀਰ ਕਹਿੰਦਾ ਵੀ ਮੈਂ ਤਾਂ ਚੱਲ ਕੇ ਪਟਨਾ ਸ਼ਹਿਰ ਦੀ ਧਰਤੀ ਤੇ ਕੋਲ ਜਾ ਕੇ ਚਰਨਾਂ ਤੇ ਸੀਸ ਨਿਭਾ ਕੇ ਰੱਜ ਰੱਜ ਕੇ ਦਰਸ਼ਨ ਕਰਕੇ ਆਉਣੇ ਨੇ। ਕੁਝ ਚੇਲੇ ਤਿਆਰ ਹੋ ਗਏ, ਨਾਲ ਲਏ। ਭੀਖਮ ਸ਼ਾਹ ਫਕੀਰ ਪੈਦਲ ਚੱਲ ਪਿਆ। ਜਿੱਥੇ ਰਾਤ ਪੈਂਦੀ ਆ ਉੱਥੇ ਰਾਤ ਵਿਸ਼ਰਾਮ ਕਰ ਲੈਂਦੇ ਨੇ। ਫਿਰ ਅੰਮ੍ਰਿਤ ਵੇਲੇ ਉੱਠਦੇ ਨੇ, ਸਿਮਰਨ ਕਰਦੇ, ਫਿਰ ਅੱਗੇ ਨੂੰ ਪੈਂਡਾ ਬੰਨ੍ਹ ਲੈਂਦੇ ਨੇ। ਇਸ ਤਰ੍ਹਾਂ ਪਟਨਾ ਸ਼ਹਿਰ ਦੀ ਧਰਤੀ 'ਤੇ ਗਏ ਤੇ ਸਾਧ ਸੰਗਤ ਭਜਨ ਬੰਦਗੀ ਸੀ ਨਾ, ਮਨ ਵਿੱਚ ਖਿੱਚ ਸੀ ਪ੍ਰੇਮ ਦੀ, ਦਰਸ਼ਨਾਂ ਦੀ ਤਾਂਘ ਸੀ। ਤੇ ਪਤਾ ਕੀਤਾ ਕਿ ਇੱਥੇ ਪਟਨਾ ਸ਼ਹਿਰ ਦੇ ਵਿੱਚ ਇੱਕ ਇਲਾਹੀ ਜੋਤ ਆਈ ਹੈ। ਬਾਲਕ ਨੇ ਜਨਮ ਧਾਰਨ ਕੀਤਾ। ਪਤਾ ਕਰਕੇ ਆ ਗਏ ਸਤਿਗੁਰਾਂ ਦੇ ਦਰਵਾਜ਼ੇ ਦੇ ਅੱਗੇ। ਮਾਮਾ ਕਿਰਪਾਲ ਚੰਦ ਜੀ, ਮਾਤਾ ਨਾਨਕੀ ਜੀ ਤੇ ਸਾਧ ਸੰਗਤ ਫਕੀਰ ਭੀਖਣ ਸ਼ਾਹ ਕਹਿ ਰਿਹਾ ਮੈਂ ਦਰਸ਼ਨ ਕਰਨ ਆਇਆ ਇਲਾਹੀ ਜੋਤ ਦੇ। ਮੈਂ ਕੁਝ ਛਕਣਾ ਛਕਾਉਣਾ ਨਹੀਂ, ਮੈਨੂੰ ਤਾਂ ਦਰਸ਼ਨਾਂ ਦੀ ਭੁੱਖ ਹੈ। ਆਖੋ ਸਤਨਾਮ। ਦੇਖੋ ਇੱਕ ਮੁਸਲਮਾਨ ਫਕੀਰ ਦੀ ਕਿੱਡੀ ਸ਼ਰਧਾ ਸੀ। ਫਿਰ ਇਲਾਹੀ ਜੋਤ ਨੂੰ ਪਛਾਣ ਲੈਣਾ। ਕਿੰਨੀ ਭਗਤੀ ਕਰੀ ਹੋ ਭੀਖਣ ਸ਼ਾਹ ਫਕੀਰ ਨੇ। ਕਿੱਡੀ ਅੰਦਰ ਸ਼ਰਧਾ ਕਿਵੇਂ ਉਹਦੇ ਪੈਦਾ ਹੋਈ, ਕਿਵੇਂ ਇੰਨਾ ਵੈਰਾਗ ਮਨ ਦੇ ਵਿੱਚ। ਔਰ ਉਹਨੂੰ ਉਹ ਨੇਤਰ ਮਿਲੇ, ਉਹ ਗਿਆਨ ਰੂਪੀ ਅੱਖ ਮਿਲੀ ਜਿਹਦੇ ਨਾਲ ਜੋਤ ਨੂੰ ਪਛਾਣੀਦਾ। ਗੱਜ ਕੇ ਆਖੋ ਸਤਨਾਮ। ਜਿਹਦੇ ਨਾਲ ਜੋਤ ਨੂੰ ਪਛਾਣੀਦਾ। ਉਹ ਅੱਖ, ਉਹ ਨਿਗਾਹ ਗੁਰੂ ਤੋਂ ਮੰਗਣੀ ਪੈਂਦੀ ਹੈ। ਪਾਤਸ਼ਾਹ ਤੈਨੂੰ ਤੇ ਤੇਰੇ ਬਖਸ਼ਿਆਂ ਨੂੰ ਦੇਖਣ ਵਾਲੀ ਅੱਖ ਬਖਸ਼ ਦੇ।
ਉਹ ਨਿਗਾਹ ਤੋਂ ਬਿਨਾਂ ਪਰਖ ਨਹੀਂ ਆਉਂਦੀ। ਤੇ ਸਾਧ ਸੰਗਤ ਭੀਖਨ ਸ਼ਾਹ ਫਕੀਰ ਕਹਿੰਦਾ ਮੈਨੂੰ ਦਰਸ਼ਨ ਕਰਵਾ ਦਿਓ। ਕਹਿਣ ਲੱਗੇ ਪੀਰ ਜੀ ਅਜੇ ਬਾਲਾ ਜੀ ਕੁਝ ਸਮੇਂ ਦੇ ਹਨ, ਫੇਰ ਕਦੇ ਆ ਜਿਓ। ਕਹਿੰਦੇ ਨਹੀਂ, ਮੈਂ ਦਰਸ਼ਨ ਕੀਤੇ ਬਿਨਾਂ ਵਾਪਸ ਨਹੀਂ ਜਾਣਾ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਬਚਦੀ, ਮੈਂ ਗੁਰੂ ਦੇ ਦਰਸ਼ਨਾਂ ਬਿਨਾਂ ਨਹੀਂ ਬਚ ਸਕਦਾ। ਆਖੋ ਸਤਿਨਾਮ। ਕੀ ਕੋਈ ਬੰਦਗੀ ਵਿੱਚ ਕਮੀ ਸੀ? ਸਾਰੀ ਜ਼ਿੰਦਗੀ ਲਾ ਦਿੱਤੀ ਨਵਾਜ਼ਾਂ ਪੜ੍ਹਨ ਵਿੱਚ, ਰੋਜ਼ੇ ਰੱਖਣ ਵਿੱਚ। ਕੀ ਕੋਈ ਤਪੱਸਿਆ ਵਿੱਚ ਕਮੀ ਸੀ? ਫਿਰ ਐਡੀ ਵੱਡੀ ਇਲਾਹੀ ਜੋਤ ਨੂੰ ਪਛਾਨਣਾ, ਅਤੀ ਅੰਤ ਸ਼ਰਧਾ ਰੱਖ ਕੇ ਵੀ ਦਰਸ਼ਨ ਕੀਤੇ ਬਿਨਾਂ ਨਹੀਂ ਮੁੜਨਾ। ਅਸਲ ਵਿੱਚ ਸਾਧ ਸੰਗਤ ਜਿਹੜੇ ਸ਼ਮਾ ਨੇ ਉਹ ਪਰਵਾਨੇ ਲਾਈਟ ਤੇ ਆਪਣਾ ਆਪ ਕੁਰਬਾਨ ਕਰ ਦਿੰਦੇ ਨੇ, ਇੱਕ ਕਦਮ ਵੀ ਪਿੱਛੇ ਨਹੀਂ ਹਟਦੇ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਸਤਿਗੁਰੂ ਰਵਿਦਾਸ ਮਹਾਰਾਜ ਫਰਮਾਉਂਦੇ ਨੇ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਇਹ ਅਕਾਲ ਪੁਰਖ ਵਾਹਿਗੁਰੂ ਸੱਚੀ ਪ੍ਰੀਤ ਮੈਂ ਦਿਲ ਵਾਲੀ ਤੇਰੇ ਨਾਲ ਜੋੜੀ ਹੋਈ ਹੈ, ਤੇਰੇ ਨਾਲ ਜੋੜ ਕੇ ਆ ਦੁਨੀਆ ਵੱਲੋਂ ਤੋੜੀ ਹੋਈ ਹੈ। ਜਿਨ੍ਹਾਂ ਨੇ ਸੱਚ ਦੀ ਮੰਜ਼ਿਲ ਧਰਮ ਦੇ ਮਾਰਗ ਤੇ ਜਾਣਾ ਹੋਵੇ ਉਹ ਕਿਸੇ ਦੇ ਤੋੜੇ ਟੁੱਟਦੇ ਨਹੀਂ ਹੁੰਦੇ, ਕਿਸੇ ਦੇ ਹਟਾਏ ਹਟਦੇ ਨਹੀਂ ਹੁੰਦੇ, ਉਹ ਅੱਗੇ ਨੂੰ ਵੱਧਦੇ ਹੁੰਦੇ ਨੇ। ਇਹ ਜ਼ਰੂਰ ਹੈ ਸੱਚ ਧਰਮ ਦੇ ਰਸਤੇ ਜਾਣ ਸਮੇਂ ਬੜੇ ਪੇਪਰ ਪੈਂਦੇ ਨੇ। ਜਿਵੇਂ ਆਪਣੇ ਬੱਚੇ ਟੈਸਟ ਦਿੰਦੇ ਆ, ਫਿਰ ਪੇਪਰ ਪੈਂਦੇ ਨੇ, ਕੱਚੇ ਫਿਰ ਪੱਕੇ ਪੈਂਦੇ ਨੇ, ਫਿਰ ਚੰਗੇ ਨੰਬਰ ਲੈ ਕੇ ਜਿਨ੍ਹਾਂ ਨੇ ਮਿਹਨਤ ਕੀਤੀ ਹੁੰਦੀ ਆ ਪਾਸ ਹੋ ਜਾਂਦੇ ਨੇ। ਜਿਨ੍ਹਾਂ ਨੇ ਉਸਤਾਦ ਟੀਚਰ ਦੇ ਸਬਕ ਵੱਲ ਧਿਆਨ ਨਹੀਂ ਦਿੱਤਾ ਉਹ ਸਿਫਰਾਂ ਲੈ ਕੇ ਫੇਲ ਹੋ ਜਾਂਦੇ ਨੇ। ਗੱਜ ਕੇ ਆਖੋ ਸਤਿਨਾਮ। ਤੇ ਸਾਧ ਸੰਗਤ ਭੀਖਨ ਸ਼ਾਹ ਫਕੀਰ ਬਾਰੇ ਵਿਚਾਰ ਕੀਤੀ। ਮਾਤਾ ਜੀ ਨੂੰ ਬੇਨਤੀ ਕੀਤੀ ਇਸ ਤਰ੍ਹਾਂ ਕਰਕੇ ਪੰਜਾਬ ਦੀ